ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਮੈਂ ਆਪਣੇ ਵਿਚਾਰ ਸੁਣਨ ਤੇ ਰੱਖਾਂਗਾ। ਲਿਸਨਿੰਗ। ਸੁਣਨ ਵਿੱਚ ਕੀ ਪ੍ਰਾਪਤ ਹੁੰਦਾ ਹੈ, ਇਹ ਜਪਜੀ ਸਾਹਿਬ ਵਿੱਚ 4 ਪੌੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਨੇ, ਉਹ ਬਹੁਤ ਹੀ ਇੰਪੋਰਟੈਂਟ ਅਤੇ ਬਹੁਤ ਹੀ ਬਹੁਮੁੱਲ ਹੈਗੀਆਂ ਨੇ। ਇਸ ਕਰਕੇ ਸੁਣਨ ਨਾਲ ਕੀ ਹੋ ਸਕਦਾ ਹੈ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਸ਼ੁਰੂ ਦੇ ਹੀ ਸਫ਼ਿਆਂ ਵਿੱਚ ਦਰਜ ਹੈਗੀ ਗੱਲਾਂ, ਔਰ 8ਵੀਂ ਜਿਹੜੀ ਪੌੜੀ ਹੈਗੀ ਉਹ ਸੁਣਨ ਦੇ ਉੱਤੇ ਸਟ੍ਰੈਸ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਕਿ ਸੁਣਨ ਨਾਲ ਹੀ ਸਭ ਕੁਝ ਹੋਣਾ, ਸੁਣਨ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈਗੀ। ਉਸ ਤੋਂ ਬਾਅਦ ਇਸ ਦੇ ਉੱਤੇ ਸਾਡੇ ਜਿਹੜੇ ਗੁਰੂ ਅਮਰਦਾਸ ਜੀ ਹੈਗੇ ਨੇ, ਤੀਜੇ ਗੁਰੂ ਜਾਂ ਤੀਜੇ ਨਾਨਕ ਆਪਾਂ ਆਖਦੇ ਹਾਂ, ਉਹਨਾਂ ਨੇ ਸੁਣ ਕੇ ਕੀ ਪ੍ਰਾਪਤ ਕੀਤਾ, ਉਹ ਉਹਨਾਂ ਨੇ ਦਰਜ ਕੀਤਾ ਆਪਣੀ ਬਾਣੀ ਆਨੰਦ ਸਾਹਿਬ ਵਿੱਚ। ਸੁਣਨ ਦੀ ਜਿਹੜੀ ਕਿਰਿਆ ਹੈਗੀ ਉਹ ਕੰਨ ਤੋਂ ਹੁੰਦੀ ਹੈਗੀ। ਸਾਰੇ ਬੰਦੇ ਕੰਨ ਤੋਂ ਹੀ ਸੁਣਦੇ ਨੇ। ਉਹ ਸੁਣਨ ਨਾਲ ਹੀ ਜਿਹੜਾ ਇੱਥੇ ਕੰਨ ਲੱਗਾ ਹੋਇਆ, ਤੁਸੀਂ ਮੇਰੀ ਗੱਲ ਇਸ ਵਕਤ ਸੁਣ ਰਹੇ ਹੋ, ਲੇਕਿਨ ਧਿਆਨ ਨਾਲ ਸੁਣੋਗੇ ਤੇ ਸੁਣਨ ਦਾ ਕੀ ਮਹੱਤਵ ਹੈ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਆਪਣੇ ਸਾਰੇ ਵਿਊਅਰਸ ਨਾਲ। ਉਹ ਜੋ ਵੀ ਇਹ ਕੰਨਾਂ ਤੋਂ ਹੀ ਪਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਕਰਨਾ ਹੈਗਾ। ਪਰਮਾਤਮਾ ਕੋਈ ਸਰੀਰ ਰੂਪ ਨਹੀਂ ਹੈਗਾ, ਪਰਮਾਤਮਾ ਕੋਈ ਤत्व ਰੂਪ ਨਹੀਂ ਹੈ। ਪਰਮ ਤਤ ਅਤਤੰ ਸਰੂਪੇ। ਪਰਮ ਤਤ ਜਿਹੜਾ ਉਹ ਕਿਸੇ ਉਹਦੇ ਵਿੱਚ ਕੋਈ ਤੱਤ ਵੀ ਨਹੀਂ ਹੈ, ਅਤਤ ਹੈ। No element is there, free from all elements। ਉਤਪਤ ਪਰਲੋ ਸ਼ਬਦੇ ਹੋਈ, ਫਿਰ ਉਤਪਤ ਸ਼ਬਦੇ ਹੋਈ। ਇਹ ਗੁਰਬਾਣੀ ਵਿੱਚ ਦਰਜ ਹੈਗੀ ਗੱਲਾਂ। ਔਰ ਸ਼ਬਦ ਦਾ ਮਤਲਬ ਹੈ ਵਾਈਬ੍ਰੇਸ਼ਨ, ਔਰ ਵਾਈਬ੍ਰੇਸ਼ਨ ਜਿਹੜੇ ਆ ਕੰਨਾਂ ਨਾਲੋਂ ਹੀ ਆਪਾਂ ਫੀਲ ਕਰਦੇ ਹਾਂ। ਉਹ ਕੰਨ ਦੇ ਥਰੂ ਹੀ ਜਿਹੜਾ ਹੈ ਸਿਸਟਮ ਬਣਾਇਆ ਪਰਮਾਤਮਾ ਨੇ। ਹੁਣ ਆਪਾਂ ਪਹਿਲੇ 4 ਪੌੜੀਆਂ ਦੇ ਉੱਤੇ ਧਿਆਨ ਦਿੰਦੇ ਹਾਂ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਲਿਖੇ। ਸੁਣੀਏ ਸਿੱਧ ਪੀਰ ਸੁਰਨਾਥ। ਸੁਣਨ ਨਾਲ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ, ਪੀਰ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਔਰ ਸੁਣਨ ਨਾਲ ਸੁਰਾਂ ਦਾ ਪੂਰਾ ਗਿਆਨ ਹੋਣ ਤੋਂ ਬਾਅਦ ਐਕਸਪਰਟ ਹੋ ਜਾਂਦਾ, ਨਾਥ ਬਣ ਜਾਂਦਾ। ਕਿਉਂ? ਕਿਉਂਕਿ ਹਰ ਜਗ੍ਹਾ ਅਨਾਹਤ ਨਾਦ ਜਿਹੜਾ ਉਹ ਵੱਜਦਾ ਪਿਆ। ਸੁਣਨਾ ਉਹ ਹੈਗਾ। ਉਹ ਸੁਣਨ ਨਾਲ ਬੰਦਾ ਜਿਹੜਾ ਹੈ ਸੁਰਾਂ ਦਾ ਨਾਥ ਬਣ ਜਾਂਦਾ। ਕਿਉਂ? ਉਸ ਨੂੰ ਹਰ ਟਿਊਨਿੰਗ, ਹਰ ਚੀਜ਼, ਹਰ ਜਿਤਨਾ ਵਾਈਬ੍ਰੇਸ਼ਨ ਦਾ, ਇੱਕ ਵਾਈਬ੍ਰੇਸ਼ਨ ਦਾ ਮੰਨ ਲਓ ਇੱਕ ਜਰਾ ਜੀ ਵੀ ਡਿਫਰੈਂਸ ਹੈ, ਤੇ ਉਹ ਡਿਫਰੈਂਸ ਜਿਹੜਾ ਹੈ ਉਹ ਸੁਣ ਕੇ ਡਿਫਰੈਂਸ਼ੀਏਟ ਕਰ ਲੈਂਦਾ, ਉਹਦੇ ਵਿੱਚ ਕੀ ਅੰਤਰ ਹੈ ਉਹ ਉਸ ਨੂੰ ਸਮਝ ਆਉਣ ਲੱਗਦਾ। ਸੁਣੀਏ ਧਰਤ ਧਵਲ ਆਕਾਸ਼। ਇਹ ਸੁਣਨ ਦੀ ਜਿਹੜੀ ਕਿਰਿਆ ਹੈ ਉਹ ਧਰਤੀ ਦੇ ਉੱਤੇ ਵੀ ਹੁੰਦੀ ਹੈ
ਜੇ ਆਕਾਸ਼ ਆਪਾਂ ਪਲੇਨ ਵਿੱਚ ਬੈਠੀਏ ਤਾਂ ਵੀ ਅਨਾਹਤ ਸ਼ਬਦ ਸੁਣਾਈ ਦਿੰਦਾ। ਜੇ ਆਪਾਂ ਡੀਪ ਖੂਹ ਵਿੱਚ ਚਲੇ ਜਾਈਏ ਉੱਥੇ ਵੀ ਤੁਹਾਨੂੰ ਅਨਾਹਤ ਸ਼ਬਦ ਸੁਣਾਈ ਦੇਗਾ। ਸੁਣੀਏ ਦੀਪ ਲੋ ਪਾਤਾਲ, ਦੀਪਾਂ ਆਈਲੈਂਡ ਵਗੈਰਾ ਵਿੱਚ ਵੀ ਸੁਣਾਈ ਦੇਗਾ, ਪਾਣੀ ਦੇ ਤਲ ਦੇ ਹੇਠਾਂ ਵੀ ਸੁਣਾਈ ਦੇਗਾ, ਔਰ ਹਰ ਜਗ੍ਹਾ ਲੋਕਾਂ ਵਿੱਚ ਵੀ ਸੁਣਾਈ ਦੇਗਾ। ਲੋਕ ਜਿੱਥੇ ਪ੍ਰਥਵੀ ਹੈ ਉੱਥੇ ਵੀ ਸੁਣਾਈ ਦੇਗਾ। ਸੁਣੀਏ ਪੋਹ ਨ ਸਕੈ ਕਾਲ, ਫਿਰ ਕਾਲ ਤੁਹਾਡਾ ਕੁਛ ਨਹੀਂ ਪੱਟ ਸਕਦਾ, ਤੁਹਾਨੂੰ ਕਦੇ ਮੌਤ ਨਹੀਂ ਆਏਗੀ। ਸੁਣਨ ਦੀ ਇਹ ਗਤੀ ਗੁਰੂ ਸਾਹਿਬ ਦੱਸ ਰਹੇ ਨੇ। ਸੁਣੀਏ ਪੋਹ ਨ ਸਕੈ ਕਾਲ, ਕਾਲ ਤੁਹਾਡਾ ਕੱਖ ਨਹੀਂ ਵਿਗਾੜ ਸਕਦਾ। ਕਿਉਂ? ਸੁਣਦਿਆਂ ਸੁਣਦਿਆਂ ਤੁਹਾਡੇ ਜਿਹੜੇ ਨਿਊਰੋਨ ਸੈੱਲ ਸਲੀਪਿੰਗ ਸਟੇਟ ਵਿੱਚ ਹੈਗੇ ਨੇ, ਅਜੇ ਸੋ ਰਹੇ ਨੇ ਇਹ ਬ੍ਰੇਨ ਵਿੱਚ ਨਿਊਰੋਨ ਸੈੱਲ, ਉਹਦੇ ਵਿੱਚ ਕੁਝ ਨਿਊਰੋਨ ਸੈੱਲ ਜਿਹੜੇ ਨੇ ਉਹ ਰਿਸੈਪਟਰ ਵਾਂਗਰ ਕੰਮ ਕਰਦੇ ਨੇ, ਔਰ ਕੁਝ ਜਿਹੜੇ ਨੇ ਉਹ ਟਰਾਂਸਮਿਟਰ ਵਾਂਗਰ ਕੰਮ ਕਰਦੇ ਨੇ। ਅਜੇ 90% ਸੁੱਤੇ ਹੀ ਹੋਏ ਨੇ। 90 ਤੋਂ 95%, 5% ਵਿੱਚ ਹੀ ਜਿਹੜਾ ਤੁਸੀਂ ਪੂਰੀ ਜ਼ਿੰਦਗੀ ਬਿਤਾ ਲੈਂਦੇ। ਲੇਕਿਨ ਜਿਹੜੀ ਤੁਸੀਂ ਸੁਣਨ ਦੀ ਗਤੀ ਨੂੰ ਸਮਝ ਜਾਓਗੇ, ਜਿਹੜੀ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਨੇ, ਗੁਰੂ ਨਾਨਕ ਦੇਵ ਜੀ ਫਸਟ ਗੁਰੂ, ਇਨਬੋਰਨ ਗੁਰੂ ਆਫ ਸਿੱਖਿਜ਼ਮ, ਉਹ ਗੁਰੂ ਹੀ ਪੈਦਾ ਹੋਏ ਸਨ ਔਰ ਉਹਨਾਂ ਨੇ ਆਪਣਾ ਗੁਰੂ ਪੂਰੇ ਬ੍ਰਹਮੰਡ ਨੂੰ ਦੱਸਿਆ ਕਿ ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਵਿਸ਼ਨੂੰ, ਉਹੀ ਜਿਹੜੇ ਚੀਜ਼ਾਂ ਹੈਗੀਆਂ ਨੇ ਸਭ ਕੁਝ ਉਹਦੇ ਵਿੱਚੋਂ ਹੀ ਗਿਆਨ ਆਣਾ ਮੈਨੂੰ। ਨਾਨਕ ਭਗਤਾ ਸਦਾ ਵਿਗਾਸ, ਜਿਹੜਾ ਬੰਦਾ ਸੁਣਦਾ ਰਹਿੰਦਾ ਹੈ ਉਹਦੀ ਗਤੀ ਭਲੇ ਪਾਸੇ ਹੋ ਜਾਂਦੀ, ਉਹਦੇ ਨਿਊਰੋਨ ਜਿਹੜੇ ਹੈਗੇ ਨੇ ਸੈੱਟ ਹੋ ਜਾਂਦੇ, ਔਰ ਜਿਹੜੇ ਸਲੀਪਰ ਰਹਿੰਦੇ ਨੇ, ਸਲੀਪਿੰਗ ਸੈੱਲ, ਉਹ ਵੀ ਜਾਗਰਤ ਹੋ ਜਾਂਦੇ ਨੇ, ਐਕਟੀਵੇਟ ਹੋ ਜਾਂਦੇ ਨੇ। ਤੇ ਉਸ ਤਰ੍ਹਾਂ ਦਾ ਜਿਹੜਾ ਜਿਹਦੀ ਗਤੀ ਭਲੇ ਪਾਸੇ ਹੋ ਜਾਂਦੀ ਉਸਨੂੰ ਭਗਤ ਆਖਦੇ ਨੇ। ਉਹਨਾਂ ਨੂੰ ਸਦਾ ਆਨੰਦ ਬਣਿਆ ਰਹਿੰਦਾ। ਸੁਣੀਏ ਦੁੱਖ ਪਾਪ ਕਾ ਨਾਸ, ਸੁਣਨ ਨਾਲ ਸਾਰੇ ਦੁੱਖ ਔਰ ਪਾਪਾਂ ਦਾ ਨਾਸ਼ ਹੋ ਜਾਂਦਾ। ਸੁਣਨਾ ਕੀ ਹੈ? ਅਨਾਹਤ ਸ਼ਬਦ। ਈਸ਼ਰ, ਬ੍ਰਹਮਾ, ਇੰਦ, ਉਸ ਵੱਡੀ ਵੱਡੀ ਪਦਵੀਆਂ ਤੇ ਜਿਹੜਾ ਮਨੁੱਖ ਪਹੁੰਚ ਜਾਂਦਾ, ਦੇਵਤਾ ਬਣ ਜਾਂਦਾ। ਸੁਣੀਏ ਮੁਖ ਸਲਾਹਣ ਮਨ, ਸੁਣਨ ਨਾਲ ਮੁਖ ਦੇ ਅੰਦਰ ਆਟੋਮੈਟਿਕਲੀ ਪ੍ਰਭੂ ਦੀ ਸਲਾਹਣਾ ਸ਼ਲਾਘਾ ਸ਼ੁਰੂ ਹੋ ਜਾਂਦੀਆਂ ਨੇ। ਧੀਰੇ ਧੀਰੇ ਮਨ, ਧੀਰੇ ਧੀਰੇ। ਸੁਣੀਏ ਜੋਗ ਜੁਗਤ ਤਨ ਭੇਦ, ਤਨ ਦੇ ਅੰਦਰ ਜਿਹੜਾ ਭੇਦ ਹੈਗਾ ਜੋਗ ਦੀ ਜੁਗਤ ਦਾ, ਆਟੋਮੈਟਿਕਲੀ ਇੱਕ ਸਾਡੇ ਅੰਦਰ ਪ੍ਰਮਾਤਮਾ ਨੇ ਸਿਸਟਮ ਬਣਾਇਆ ਹੈ। ਜਿਸ ਤਰ੍ਹਾਂ ਆਪਾਂ ਅਨਾਹਤ ਸ਼ਬਦ ਸੁਣੀ ਜਾਂਦੇ ਹਾਂ, ਉਹ ਸੁਣਨ ਨਾਲ ਜੋਗ ਦੀ ਜਿਹੜੀ ਜੁਗਤੀ ਹੈ ਉਹਦਾ ਜਿਹੜਾ ਸਿਸਟਮ ਅੰਦਰ ਬਾਡੀ ਵਿੱਚ ਬਣਿਆ ਚਾਲੂ ਹੋ ਜਾਂਦਾ, ਸਟਾਰਟਅਪ ਹੋ ਜਾਂਦਾ। ਤੇ ਜਿਹੜੇ ਤੁਹਾਡੇ ਸਲੀਪਿੰਗ ਸੈੱਲ ਹੈਗੇ ਨੇ ਬ੍ਰੇਨ ਦੇ ਅੰਦਰ, ਉਹ ਸਟਾਰਟਅਪ ਹੋ ਜਾਂਦੇ ਨੇ, ਐਕਟੀਵੇਟ ਹੋ ਜਾਂਦੇ ਨੇ, ਐਨਰਜਾਈਜ਼ਡ ਹੋ ਜਾਂਦੇ ਨੇ, ਚਾਲੂ ਹੋ ਜਾਂਦੇ ਨੇ। ਫਿਰ ਉਹਨਾਂ ਨੇ ਜੋ ਕਰਨਾ ਹੈ ਉਹ ਤੁਹਾਡੇ ਵਹਿਮੋ ਗੁਮਾਨ ਵਿੱਚ ਨਹੀਂ ਹੈਗਾ ਕਦੇ ਵੀ। ਉਹ ਤੁਹਾਡੀ ਸੋਚ ਤੋਂ ਪਰੇ ਹੈ ਜੇ। ਉਹ ਕਦ ਸੋਝੀ ਆਏਗੀ, ਉਹ ਬਾਅਦ ਵਿੱਚ ਆਏਗੀ। ਉਹਦੇ ਵਾਸਤੇ ਗੁਰੂ ਅਮਰਦਾਸ ਜੀ ਨੇ ਕੀ ਲਿਖਿਆ ਹੈ ਉਹ ਆਪਾਂ ਅਗਲੇ ਥੋੜੀ ਦੇਰ ਵਿੱਚ ਸਟੱਡੀ ਕਰਾਂਗੇ। ਸ਼ਾਸਤਰ, ਸਿਮਰਤ, ਵੇਦ, ਉਹ ਲਿਖਣ ਜੋਗੇ ਹੋ ਜਾਂਦਾ ਬੰਦਾ। ਇਤਨੀ ਵੱਡੀ ਵੱਡੀ ਗੱਲਾਂ ਜਿਹੜੀ ਸਿਮਰਤੀਆਂ ਔਰ ਸ਼ਾਸਤਰਾਂ ਵਿੱਚ, ਉਹ ਲਿਖਣ ਜੋਗਾ ਹੋ ਜਾਂਦਾ। ਅਰਥਾਤ ਗਿਆਨ ਦੇ ਸਮੁੰਦਰ ਵਿੱਚ ਮਨੁੱਖ ਜਿਹੜਾ ਹੈ, ਆਰਡਨਰੀ ਜਿਹੜਾ ਮਨੁੱਖ ਹੈ, ਉਹ ਪਹੁੰਚ ਜਾਂਦਾ ਕਾਫੀ ਉਚਾਈ ਤੱਕ। ਸੁਣੀਏ ਦੁੱਖ ਪਾਪ ਕਾ ਨਾਸ,
ਫਿਰ ਮਹਾਰਾਜ ਡਟਾ ਰਹੇ ਨੇ ਕਿ ਦੁੱਖਾਂ ਔਰ ਪਾਪਾਂ ਦਾ ਤੇ ਨਾਸ਼ ਹੀ ਹੋ ਜਾਣਾ, ਉਹ ਤੇ ਗੱਲ ਹੀ ਛੋਟੀ ਜੀ ਹੈਗੀ। जब ਵੱਡੇ ਵੱਡੇ ਕੰਮ ਹੋ ਜਾਣੇ, ਪੀਰ ਪੈਗੰਬਰਾਂ ਜਿਤਨਾ ਸਟੇਟਸ बन ਜਾਣਾ ਹੈ, ਸਿਮਰਤੀਆਂ ਲਿਖਣ ਯੋਗ ਬਣ ਜਾਣਾ ਹੈ ਬੰਦੇ ਨੇ, ਦੁੱਖਾਂ ਪਾਪਾਂ ਦਾ ਕੋਈ ਮਤਲਬ ਹੀ ਨਹੀਂ ਹੈ। ਫਿਰ ਦੂਜੀ ਵੇਰੀ ਲਿਖ ਰਹੇ ਨੇ ਦੁੱਖ ਪਾਪ का नाश हो जाएगा दुखा पापा का। सुनिए सत संतोख ज्ञान, संतोख बढ़ जाएगा, सत अंदर चला जाएगा, सत ਜਿਹੜਾ ਹੈ ਅੰਦਰ ਕੰਡੈਂਸ ਹੋਣਾ ਸ਼ੁਰੂ ਹੋ ਜਾਏਗਾ। ਸਤ ਜਿਸ ਤਰ੍ਹਾਂ ਅੰਦਰ ਕੰਡੈਂਸ ਹੋਏਗਾ ਮਨ ਵਿੱਚ, ਉਸ ਤੋਂ ਉਪਰੰਤ ਸੰਤੋਖ ਵਧੇਗਾ, ਪੇਸ਼ੈਂਸ। ਸਤ ਮੀਨਸ ਟਰੂਥ, ਟਰੂਥ ਵਿਲ ਕੰਡੈਂਸ ਦੇयर, ਪੇਸ਼ੈਂਸ ਵਿਲ ਇਨਕਰੀਜ਼। ਤੁਹਾਡਾ ਪੇਸ਼ੈਂਸ ਇਤਨਾ ਵੱਧ ਜਾਏਗਾ ਜਦ ਸਤ ਅੰਦਰ ਬੈਠ ਜਾਏਗਾ। ਗੁਰੂ ਮਹਾਰਾਜ ਦੱਸ ਰਹੇ ਨੇ ਸੁਣਨ ਨਾਲ ਹੋਏਗਾ। सुनिए सत संतोख ज्ञान, ज्ञान भी प्राप्ति होगी। ताई ना वेद पुराण स्मृति वगैरह वगैरह लिखण जोगा हो जाता है मनुख। सुनिए 68 का इशनान, 68 तीर्थां दे इशनान दे बराबर दा फल जिहड़ा हैगा वो आटोमैटिकली आण लगेगा। सुनिए पढ़ पढ़ पावे मान, मान की प्राप्ति हो जाएगी। सुनन नाल मान की प्राप्ति हो जाएगी, वो पढ़ाई लिखाई भी आनी शुरू हो जाएगी। सुनिए लागे सहज ध्यान, आपा यदि अनाहत शब्द न सिर्फ सुनी जावांगे तो सहज ध्यान लगेगा और सहज समाधि तक ले जाएगा। और सहज समाधि में जेड़ी सारी गल्लां वापरनगियां, परमात्मा दे नाल मीटिंग हो जाएगी, परमात्मा का रियलाइजेशन हो जाएगा। ये भ्रम भय भव दुख सब खत्म हो जाने, क्योंकि दुखा पापा का नाश तो पहले ही आपां सुन लिया, गुरु महाराज ने लिख दिता। सहज ध्यान लगना एक बहुत बड़ा जरूरी है। और जिहड़ा है वो सुनन नाल होएगा। की सुनना? अनाहत शब्द सुनना। नानक भगता सदा विगास, नानक कहते ने कि भगतां दे मन विच बड़ा ही उत्साह भरिया रहिंदा है, सुख भरिया रहिंदा है और वो चलते रहंदे ने। सुनिए दुख पाप का नाश, फिर लिख रहे हैं कि दुखा पापा का तो नाश ही हो जाना। सुनिए सरा गुणा के गाह, सारे गुण जेड़े ने वो ग्रहण करने योग्य हो जाएंगे आपां शरीर। सुनन नाल की सुनना? अनाहत शब्द। सुनिए शेख पीर पातशाह, सुनन नाल बंदा शेख बन जाता है, पीर बन जाता है, पातशाही प्राप्त हो जाती है उसनूं। और अनेकां उच्ची पदवियां, सर्वोच्च स्पिरिचुअलिटी की जिहड़ी पदवी हैगी, पीरता संत, ਉਹਦੀ पदवी ਜਿਹੜੀ ਹੈ ਮਨੁੱਖ ਨੂੰ, ਬੁੱਧਤਵ, ਇਹ ਸਭ ਆਟੋਮੈਟਿਕਲੀ ਮਿਲਦੀਆਂ ਨੇ। ਸੁਣੀਏ ਅੰਧੇ ਪਾਵੇਰਾ, ਜਿਹੜੇ ਅਕਲ ਦੇ ਅੰਧੇ ਨੇ, ਇੱਥੇ ਗੁਰੂ ਸਾਹਿਬ ਦੱਸ ਰਹੇ ਅੰਧੇ ਪਾਵੇ ਰਾਹ। ਅੰਧਾ ਵੀ ਜਿਹੜਾ ਹੈ ਅਨਾਹਤ ਸ਼ਬਦ ਸੁਣਨ ਨਾਲ ਉਸਨੂੰ ਰਾਹ, ਅਕਲ ਦਾ ਅੰਧਾ। ਇਹ ਅੱਖਾਂ ਵਾਲਾ ਅੰਧੇ ਦੀ ਗੱਲ ਨਹੀਂ ਲਿਖੀ ਇੱਥੇ, ਅਕਲ ਦਾ ਜਿਹੜਾ ਅੰਧਾ। ਅੱਖਾਂ ਵਾਸਤੇ ਵੀ ਇਹਨਾਂ ਨੇ ਦੱਸ ਦਿੱਤਾ ਹੈ ਕਿ ਅੱਖਾਂ ਨਾਲ ਕੁਝ ਨਹੀਂ ਹੋਣਾ, ਸੁਣਨ ਨਾਲ ਹੋਣਾ। ਇਸ ਕਰਕੇ ਬਾਣੀ ਨੂੰ ਧਿਆਨ ਨਾਲ ਸੁਣੋ। ਆਪਾਂ ਕੀਰਤਨ यदि ध्यान ਨਾਲ ਸੁਣੀਏ तो सुनना कहलाएगा। लेकिन यदि ਆਪਾਂ ਕੀਰਤਨ सुन रहे हैं, रागी लोग गा रहे हैं, ਆਪਾਂ सुन रहे हैं लेकिन चंगी तरह नहीं सुन रहे, मन ਵਿੱਚ फुरने चल रहे हैं, तो ਜਿਹੜਾ रागी बोलना चाहते हैं, ਜਿਹੜਾ गुरबाणी ਵਿੱਚ लिखा वो अंदर नहीं जाएगा पूरा, वो पॉल्यूटेड हो जाएगा। क्यों? ਤੁਹਾਡੇ विचार ਜਿਹੜੇ मन ਵਿੱਚ चल रहे हैं वो उसमें इस तरह टॉर्शनलाइज कर देंगे, उसमें मरोड़ देंगे। ਤੁਸੀਂ अपने तरीके नाल समझोगे। ਜਿਹੜੀ गल बोली जा रही है वो ਤੁਸੀਂ ठीक तरह नहीं सुन रहे हो। ਜੇ ਤੁਸੀਂ ठीक तरह सुनोगे तो फुरना बंद रहेगा, और फुरना जरा भी स्टार्ट होया वो
ਇਹ ਗੱਲ ਨੂੰ ਕੱਟ ਦੇਗਾ, ਖਤਮ ਹੋ ਜਾਏਗੀ ਇਸ ਦੀ ਵੈਲਿਡਿਟੀ ਔਰ ਪਵਿੱਤਰਤਾ। ਇਸ ਕਰਕੇ ਸੁਣਨਾ ਬਹੁਤ ਜ਼ਰੂਰੀ ਹੈ। ਉਹ ਪਵਿੱਤਰ ਮਨ ਨਾਲ ਸੁਣਨਾ, ਔਰ ਸੁਣਦਿਆਂ ਵੇਲੇ ਆਪਣੇ ਮਨ ਨੂੰ ਜਿਹੜਾ ਹੈ ਚੁੱਪ ਕਰਾ ਕੇ ਰੱਖਣਾ, ਅੰਦਰੋਂ ਚੁੱਪ ਰਹਿਣਾ। ਫਿਰ ਲਿਖਿਆ ਹੈ, ਨਾਨਕ ਭਗਤਾ ਸਦਾ ਵਿਗਾਸ। ਨਾਨਕ ਕਹਿੰਦੇ ਨੇ ਭਗਤਾਂ ਨੂੰ ਸਦਾ ਹੀ ਉਤਸ਼ਾਹ ਔਰ ਪ੍ਰਸੰਨਤਾ ਔਰ ਆਨੰਦ ਬਣਿਆ ਰਹਿੰਦਾ ਉਹਨਾਂ ਦੇ ਮਨ ਵਿੱਚ। ਉਹ ਉਤਸ਼ਾਹਿਤ ਰਹਿੰਦੇ ਨੇ, ਆਨੰਦਿਤ ਰਹਿੰਦੇ ਨੇ, ਮੌਜ ਵਿੱਚ ਰਹਿੰਦੇ ਨੇ। ਸੁਣੀਏ ਦੁੱਖ ਪਾਪ ਕਾ ਨਾਸ। ਔਰ ਸੁਣਨ ਨਾਲ ਫਿਰ ਚੌਥੀ ਵਾਰੀ ਲਿਖ ਰਹੇ ਨੇ, ਆਖਰੀ ਲਾਈਨ ਵਿੱਚ ਇਹੀ ਗੱਲ ਲਿਖੀ ਹੈ ਮਹਾਰਾਜ ਨੇ, ਸੁਣੀਏ ਦੁੱਖ ਪਾਪ ਕਾ ਨਾਸ। ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਸੁਣਨ ਨਾਲ। ਹੁਣ ਇਹ ਗੱਲ ਜਿਹੜੀ ਹੈਗੀ ਇਹ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਵਿੱਚ ਗਈ, ਔਰ ਗੁਰੂ ਅਮਰਦਾਸ ਜੀ ਨੇ ਇਸ ਨੂੰ ਚੈੱਕ ਕੀਤਾ। ਕਿਉਂ? ਕਿਉਂਕਿ ਗੁਰੂ ਅਮਰਦਾਸ ਜੀ ਸ਼ੁਰੂ ਵਿੱਚ ਆਮ ਆਦਮੀ ਸਨ, ਸਾਡੇ ਵਰਗੇ ਸਨ। ਉਹ ਵੈਸ਼ਨੋ ਦੇਵੀ ਜਾਂਦੇ ਸਨ, ਬਹੁਤ ਸਾਲ ਤੱਕ ਉੱਥੇ ਟਕਰਾ ਮਾਰਦੇ ਰਹੇ। ਲੇਕਿਨ ਜਦ ਉਹਨਾਂ ਨੂੰ ਸਫਲਤਾ ਨਹੀਂ ਮਿਲੀ, ਜਦ ਉਹ ਗੁਰਬਾਣੀ ਨਾਲ ਜੁੜੇ ਔਰ ਉਹਨਾਂ ਨੇ ਇਸ ਬਾਣੀ ਨੂੰ ਸੁਣਨ ਦੀ ਗਤੀ ਨੂੰ ਸਮਝ ਲਿਆ, ਉਸ ਤੋਂ ਬਾਅਦ ਆਨੰਦ ਸਾਹਿਬ ਦੀ ਬਾਣੀ ਵਿੱਚ ਕੀ ਦੱਸ ਰਹੇ ਨੇ ਮਹਾਰਾਜ? ਕਿਉਂ? ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਔਰ ਗੁਰੂ ਅੰਗਦ ਦੇਵ ਜੀ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਉਹਨਾਂ ਦੇ ਵਿੱਚ ਸੁਣਨ ਦੀ ਜਿਹੜੀ ਹੈ ਨਾ ਉਹ ਪਾ ਦਿੱਤੀ ਕਿ ਸੁਣਨ ਨਾਲ ਕੀ ਕੀ ਹੋਏਗਾ। ਫਿਰ ਉਹਨਾਂ ਨੇ ਜਿਹੜਾ ਅਨੁਭਵ ਕੀਤਾ ਉਹ ਆਨੰਦ ਸਾਹਿਬ ਦੀ ਬਾਣੀ ਵਿੱਚ ਗੁਰੂ ਮਹਾਰਾਜ ਨੇ ਲਿਖਿਆ ਹੈ। ਉਹ ਤੇ ਇਸ ਤਰ੍ਹਾਂ ਦੀ ਚੀਜ਼ ਹੈ, ਇਤਨੀ ਸਿੰਪਲ ਹੈ ਲੇਕਿਨ ਬਹੁਤ ਇੰਪੋਰਟੈਂਟ ਹੈ। ਕਿਉਂ? ਕਿਉਂਕਿ ਸੁਣਨ ਦੀ ਗਤੀ ਨੇ ਜੋ ਗੁਰੂ ਅਮਰਦਾਸ ਜੀ ਨੇ ਸਮਝਿਆ ਹੈ ਔਰ ਆਪਣੇ ਉੱਤੇ ਕੀਤਾ ਹੈ, ਫਿਰ ਉਹਨਾਂ ਦੀ ਕੀ ਪ੍ਰਾਪਤੀ ਹੈ ਉਹ ਆਨੰਦ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਲਿਖ ਦਿੱਤਾ ਹੈ ਸਾਡੇ ਵਾਸਤੇ। ਉਹ ਸਾਨੂੰ ਅੱਗੇ ਵਧਾਉਣ ਵਾਸਤੇ ਜਿਹੜਾ ਹੈ ਕਿ ਬਈ ਗੁਰੂ ਨਾਨਕ ਦੇਵ ਜੀ ਨੇ ਲਿਖ ਦਿੱਤਾ। ਗੁਰੂ ਅਮਰਦਾਸ ਜੀ ਨੇ ਉਹਦੇ ਉੱਤੇ ਐਕਸਪੈਰੀਮੈਂਟ ਕੀਤਾ, ਕਿਉਂਕਿ ਗੁਰੂ ਅਮਰਦਾਸ ਜੀ ਪਹਿਲੇ ਆਰਡੀਨਰੀ ਸੀਗੇ, ਉਹ ਤਾਂ ਬਾਅਦ ਵਿੱਚ ਗੁਰੂ ਬਣੇ ਨੇ। ਜਦ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸਮਝਿਆ, ਪੜ੍ਹਿਆ, ਉਹਦੇ ਉੱਤੇ ਅਮਲੀ ਜਾਮਾ ਪਹੁੰਚਾਇਆ, ਉਸ ਤੋਂ ਬਾਅਦ ਜਿਹੜਾ ਨਾ ਸੇਵਾ ਕੀਤੀ, ਹੋਰ ਕਈ ਕੰਮ ਕੀਤੇ, ਤਾਂ ਉਹਨਾਂ ਨੇ ਫਿਰ ਸੁਣਨ ਦੇ ਬਾਰੇ ਵਿੱਚ ਜੋ ਗੱਲਾਂ ਉਹਨਾਂ ਦੇ ਨਾਲ ਵਾਪਰੀਆਂ ਤਾਂ ਉਹਨਾਂ ਨੇ ਦੱਸਿਆ, ਆਨੰਦ ਸਾਹਿਬ ਦੀ ਬਾਣੀ ਵਿੱਚ ਉਹਨਾਂ ਨੇ ਦਰਜ ਕੀਤਾ। ਮੈਂ ਪੜ੍ਹਦਾ, ਆਪ ਸਮਝੋਗੇ ਕਿ ਕੀ ਲਿਖਿਆ, ਗੁਰੂ ਮਹਾਰਾਜ ਕੀ ਆਖਦੇ ਨੇ ਤੀਜੇ ਗੁਰੂ ਨਾਨਕ ਦੇਵ ਜੀ। ਇਹ ਸਰੀਰਾ ਮੇਰਿਆ। ਹੁਣ ਉਹ ਆਪਣੇ ਸਰੀਰ ਬਾਰੇ ਦੱਸ ਰਹੇ ਨੇ, ਆਪਣੇ ਸਰੀਰ ਨਾਲ ਗੱਲਾਂ ਕਰਦੇ ਪਏ ਨੇ। ਇਹ ਸਰੀਰਾ ਮੇਰਿਆ, ਇਹ ਮੇਰੇ ਸਰੀਰਾ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਹਰੀ ਨੇ ਤੇਰੇ ਅੰਦਰ ਇੱਕ ਜੋਤ ਰੱਖੀ ਹੈ। ਪਤਾ ਲਗਾ ਲਿਆ ਹੁਣ ਗੁਰੂ ਸਾਹਿਬ ਨੇ ਕਿ ਸਰੀਰ ਵਿੱਚ ਜੋਤ ਹੈਗੀ। ਇਹ ਗੱਲ ਨੂੰ ਚੰਗੀ ਤਰ੍ਹਾਂ ਆਪਾਂ ਸਮਝਣਾ ਕਿ ਸਰੀਰ ਦੇ ਅੰਦਰ ਇੱਕ ਜੋਤ ਹੈਗੀ ਜਿਹੜੀ ਗੁਰੂ ਅਮਰਦਾਸ ਜੀ ਨੇ ਲੱਭ ਲਈ। ਤੇਰੇ ਅੰਦਰ ਜੋਤ ਰੱਖੀ ਹੈ ਹਰੀ ਨੇ, ਤਾਂ ਤੂੰ ਜਗ ਮੈਂ ਆਇਆ। ਇਸੇ ਕਰਕੇ ਤੂੰ ਜਿਹੜਾ ਨਾ ਜਗ ਵਿੱਚ ਆਇਆ ਹੈ। ਹਰ ਜੋਤ ਰਾਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਇਆ। ਹਰੀ ਹੀ ਮਾਤਾ ਹੈ, ਹਰੀ ਹੀ ਸਾਡਾ ਪਿਤਾ ਹੈ, ਔਰ ਹਰੀ ਨੇ ਹੀ ਜੋਤ ਰੱਖੀ ਹੈ, ਤਾਂ ਅਸੀਂ ਜਗ ਵਿੱਚ ਆਏ ਹਾਂ। ਲੇਕਿਨ ਆਪਾਂ ਕੀ ਸਮਝਦੇ ਹਾਂ ਆਪਣੇ ਮਾਤਾ ਪਿਤਾ ਇਹ ਸੰਸਾਰਿਕ ਬਾਇਓਲੋਜੀਕਲ ਹੈ। ਗੁਰੂ ਮਹਾਰਾਜ ਜੀ ਨੇ ਦੱਸਿਆ ਨਹੀਂ, ਹਰੀ ਹੀ ਮਾਤਾ ਹੈ, हरि ही पिता है और हरि ने जोत रखी है। जिन जीव उपाया और जगत दिखाया, उसे ने जी ਨੂੰ ਉਪਾਇਆ ਹੈ, ਪੈਦਾ ਕੀਤਾ ਹੈ, ਔਰ ਉਸੇ ਨੇ ਤੈਨੂੰ ਜਗਤ ਵਿੱਚ ਲਿਆਇਆ ਹੈ, ਦਿਖਾਇਆ, ਪੂਰਾ ਜਗਤ ਦਿਖਾ ਰਿਹਾ। ਗੁਰ ਪ੍ਰਸਾਦੀ ਬੁੱਝਿਆ। ਇੱਕ ਟੈਕਨੀਕ ਦੇ ਤਰੀਕੇ ਨਾਲ ਮੈਂ ਇਹ ਗੱਲ ਨੂੰ ਸਮਝੀ ਹੈ। ਟੈਕਨੀਕ, ਗੁਰ ਯਾਨੀ ਟੈਕਨੀਕ, विधि,
ਮੈਥਡ, ਤਰੀਕਾ, ਜੁਗਤ, ਜੁਗਤੀ, ਕਿਸੇ ਖਾਸ ਜੁਗਤੀ ਦੀ ਕਿਰਪਾ ਨਾਲ, ਉਸ ਜੁਗਤੀ ਨੇ, ਤਕਨੀਕ ਨੇ ਕਿਰਪਾ ਕੀਤੀ ਤਾਂ ਫਿਰ ਮੈਨੂੰ ਸਮਝ ਆਈ, ਬੁਝਿਆ। ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਫਿਰ ਜਿਹੜਾ ਮੈਨੂੰ ਸਾਰੀ ਚੀਜ਼ ਸਮਝ ਆਈ, ਦਿਖਾਈ ਵਿੱਚ ਪਈ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਸ੍ਰਿਸ਼ਟੀ ਦਾ ਮੂਲ ਜਿਹੜਾ ਹੈਗਾ ਉਹ ਰਚਿਆ ਹੈ। ਜੋਤ ਰਾਖੀ, ਔਰ ਜੋਤ ਜਿਹੜੀ ਹੈ ਰੱਖੀ ਗਈ ਹੈ। ਤਾਂ ਤੂੰ ਜਗ ਮੈਂ ਆਇਆ। ਇਸੇ ਕਰਕੇ ਜਿਹੜਾ ਨਾ ਤੂੰ ਜਗ ਵਿੱਚ ਆਇਆ ਹੋਇਆ। ਜੇ ਨਹੀਂ ਤੇ ਫਿਰ ਜਿਹੜਾ ਹੈ ਤੇਰਾ ਜਗ ਵਿੱਚ ਆਣਾ ਕਠਿਨ ਹੋ ਜਾਂਦਾ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਕੀ ਗ੍ਰਹਿ ਮੰਦਰ ਬਣਿਆ। ਇਹ ਜਿਹੜਾ ਗ੍ਰਹਿ ਹੈਗਾ ਇਹ ਮੰਦਰ ਵਾਂਗਰ ਹੈਗਾ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪ੍ਰਿਤ ਜਾਪੇ। ਅਨਹਦ ਬਾਣੀ, ਇੱਥੇ ਮਹਾਰਾਜ ਕਲੀਅਰ ਕਰ ਰਹੇ ਨੇ। ਅਨਹਦ ਬਾਣੀ ਗੁਰ ਸ਼ਬਦ ਜਾਣੀ। ਗੁਰੂ ਦੇ ਸ਼ਬਦ ਜਦ ਮੈਨੇ ਵਾਹਿਗੁਰੂ ਵਾਹਿਗੁਰੂ ਮੈਥੋਡਿਕਲੀ ਜਪਿਆ ਤਾਂ ਅਨਹਦ ਬਾਣੀ ਜਿਹੜੀ ਹੈ ਆਈ, ਜੋ ਕਿ ਸੱਚੀ ਹੈ, ਉਹ ਮੇਰੇ ਅੰਦਰ ਵੱਜਣ ਲੱਗੀ। ਹਰ ਨਾਮ ਹਰ ਰਸ ਭੋਗੇ। ਕਹੇ ਨਾਨਕ ਪ੍ਰਭ ਆਪ ਮਿਲਿਆ। ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ में आए के क्या तुद कर्म कमाया। कि कर्म कमाया तुद शरीरा तातू जग में आया। जिन हर तेरा रचन रचिया सो हर मन न वसाया। गुर प्रसादी हर मन वसिया पूरब लिखिया पाया। कहे नानक ए शरीर परवान होवा जिन सतगुर स्यों चित लाया। ਇਹ ਸਰੀਰ ਨੂੰ ਪ੍ਰਵਾਨਗੀ ਤਾਂ ਮਿਲੇਗੀ ਜਦ ਤੂੰ ਹਰੀ ਨੂੰ ਮਨ ਵਿੱਚ ਵਸਾਏਂਗਾ, ਤਾਂ ਸਰੀਰ ਪ੍ਰਵਾਨ ਹੋਏਗਾ। ਟੋਟਲ ਜਿਹੜੀ ਸਾਡੀ ਦੇਹ ਹੈ ਉਹਨੂੰ ਪ੍ਰਵਾਨਗੀ ਤਾਂ ਮਿਲੇਗੀ ਜਦ ਮਨ ਵਿੱਚ ਸੱਤ ਨੂੰ ਵਸਾਏਂਗਾ, ਸੱਚ ਨੂੰ ਵਸਾਏਂਗਾ, ਹਰੀ ਨੂੰ ਵਸਾਏਂਗਾ ਜਾਂ ਨਾਮ ਨੂੰ ਵਸਾਏਂਗਾ। ਠੀਕ ਹੈ। ਹੁਣ ਅੱਗੇ ਜਿਹੜਾ ਨੇ ਪਰਟੀਕੂਲਰ ਆਰਗਨ ਦੀ ਗੱਲ ਲਿਖ ਰਹੇ ਨੇ ਗੁਰੂ ਮਹਾਰਾਜ। ਉਹ ਹੈਗਾ ਨੇਤਰ, ਅੱਖਾਂ। ਅੱਖਾਂ ਪਰਮਾਤਮਾ ਨੇ ਕਿਉਂ ਲਾਈਆਂ ਔਰ ਕੀ ਉਹਦੀ ਵੈਲਿਡਿਟੀ, ਯੂਟਿਲਿਟੀ ਹੈਗੀ। ਇਹ ਨੇਤਰੋ ਮੇਰੇ ਹੋ, ਇਹ ਮੇਰੇ ਨੇਤਰੋ ਮੇਰੇ। ਫਿਰ ਉਹ ਆਪਣੇ ਲਿਖ ਰਹੇ ਨੇ। ਸਰੀਰ ਵੀ ਮੇਰਾ ਬੋਲ ਰਹੇ ਸੀ, ਨੇਤਰ ਵੀ ਮੇਰਾ ਹੀ ਬੋਲ ਰਹੇ ਨੇ, ਲਿਖ ਰਹੇ ਨੇ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ। ਨੇਤਰ ਵਿੱਚ ਵੀ ਇੱਕ ਜੋਤ ਹੈਗੀ। ਦੋ ਨੇਤਰ ਹੈਗੇ ਨੇ, ਉਹਨਾਂ ਦੇ ਵਿੱਚ ਜੋਤ ਹੈਗੀ। ਗੁਰੂ ਮਹਾਰਾਜ ਲਿਖ ਰਹੇ ਨੇ ਹਰ ਤੁਮ ਮੈਂ ਜੋਤ ਧਰੀ। ਹਰ ਬਿਨ ਅਵਰ ਨ ਪੇਖੋ ਕੋਈ। ਹਰੀ ਤੋਂ ਬਿਨਾ ਕਿਸੇ ਹੋਰ ਚੀਜ਼ ਨੂੰ ਨਾ ਵੇਖੋ। ਉਹਦੇ ਵਿੱਚ ਜੋਤ ਹੈ ਪਰਮਾਤਮਾ ਦੀ। ਔਰ ਉਸ ਅੱਖਾਂ ਵਿੱਚ ਜਿਹੜੀ ਜੋਤ ਰੱਖੀ ਸਿਰਫ ਉਹ ਹਰੀ ਨੂੰ ਵੇਖਣ ਵਾਸਤੇ। ਹਰ ਬਿਨ ਅਵਰ ਨ ਦੇਖੋ ਕੋਈ। ਨਦਰੀ ਹਰ ਨਿਹਾਲਿਆ। ਕਿਉਂਕਿ ਉਹੀ ਤੁਹਾਨੂੰ ਨਿਹਾਲ ਕਰ ਸਕਦਾ ਹੈ। ਇਹ ਵਿੱਚ ਸੰਸਾਰ ਤੁਮ ਦੇਖਦੇ। ਲੇਕਿਨ ਆਪਾਂ ਕੀ ਕਰ ਰਹੇ ਹਾਂ? ਆਪਾਂ ਇਹਦੇ ਨਾਲ ਸੰਸਾਰ ਵੇਖ ਰਹੇ ਹਾਂ। ਹਰੀ ਨੂੰ ਵੇਖਣਾ ਚਾਹੀਦਾ ਤਾਂ ਆਪਾਂ ਸੰਸਾਰ ਵੇਖ ਰਹੇ ਹਾਂ। ਸੰਸਾਰ ਵਿੱਚ ਕੀ ਵੇਖ ਰਹੇ ਹਾਂ? ਗੋਲਗੱਪੇ ਕਿਸ ਤਰ੍ਹਾਂ ਹੈ, ਟੀਵੀ ਵਿੱਚ ਕੀ ਪ੍ਰੋਗਰਾਮ ਆ ਰਿਹਾ, ਸ਼ੀਸ਼ੇ ਵਿੱਚ ਮੈਂ ਕਿੰਨਾ ਸੋਹਣਾ ਜਾਂ ਸੋਹਣੀ ਦਿਖਦੀ ਆ, ਮੇਰੇ ਕੱਪੜੇ ਕਿਤਨੇ ਸੋਹਣੇ ਪਾਏ ਹੋਏ ਨੇ, ਮੈਂ ਅੱਜ ਮੈਂ ਲਿਪਸਟਿਕ ਕਿਤਨੀ ਸੋਹਣੀ ਲਗਾਈ ਹੋਈ ਹੈ। ਸਿਰਫ ਆਪਣੇ ਹਿਸਾਬ ਨਾਲ ਹੀ ਜਿਹੜਾ ਮਨੁੱਖ ਹੈ ਉਹ ਦੇਖ ਰਿਹਾ ਹੈ। ਨਜ਼ਰੀ ਹਰ ਨਿਹਾਲਿਆ। ਇਹ ਵੇ ਸੰਸਾਰ ਤੁਮ ਦੇਖਦੇ ਹਰ का रूप है। लेकिन ये हरि दा रूप है, वो वेखना चाहिए सी। हर रूप नदरी आया गुर प्रसादी बुझिया। गुरु की कृपा नाल मैनू कुछ समझ आया जां
ਵੇਖਾਂ ਹਰ ਇੱਕ ਹੈ। ਹਰੀ ਦੀ ਕਿਰਪਾ ਨਾਲ ਮੈਨੂੰ ਸਮਝ ਆਇਆ, ਤਾਂ ਸਮਝ ਆਇਆ ਕਿ ਬਈ ਹਰ ਤੇ ਇੱਕੋ ਹੀ ਹੈਗਾ, ਬਾਹਰ ਵੀ ਹੋਈ ਹੈ, ਅੰਦਰ ਵੀ ਹੋਈ ਹੈ। ਹਰ ਬਿਨ ਅਵਰ ਨਾ ਕੋਈ, ਹਰੀ ਤੋਂ ਬਗੈਰ ਹੋਰ ਕੋਈ ਨਹੀਂ ਹੈ। ਕਹੇ ਨਾਨਕ ਇਹ ਨੇत्र ਅੰਧ ਸੇ, ਸਤਿਗੁਰ ਮਿਲੇ ਦ੍ਰਿਵ ਦ੍ਰਿਸ਼ਟੀ ਹੋਏ। ਜੇ ਸਤਿਗੁਰ ਮਿਲੇਗਾ ਤਾਂ ਦਿਵ ਦ੍ਰਿਸ਼ਟੀ ਹੋਏਗੀ। ਅਦਰਵਾਈਜ਼ ਆਪਾਂ ਅੱਖਾਂ ਨਾਲ ਕੀ ਵੇਖਦੇ ਹਾਂ? ਆਪਾਂ ਅੱਖਾਂ ਨਾਲ ਸਿਰਫ ਔਰ ਸਿਰਫ ਸੰਸਾਰ ਵੇਖ ਰਹੇ ਹਾਂ। ਇਹ ਬੰਦਾ ਕਾਲਾ ਹੈ, ਇਹ ਬੰਦਾ ਗੋਰਾ ਹੈ, ਇਹ ਅੰਗਰੇਜ਼ ਹੈ, ਮਸ਼ੀਨ ਇਤਨੀ ਵੱਡੀ ਹੈ, ਸ਼ਹਿਰ ਕਿਤਨਾ ਸੋਹਣਾ ਹੈ, ਗੱਡੀਆਂ ਕਿਤਨੀ ਚੰਗੀਆਂ ਨੇ, ਵਣਸਪਤੀ ਸੀਨਰੀ ਕਿਤਨੀ ਵਧੀਆ ਹੈ। ਆਪਾਂ ਉਹੀ ਸਭ ਸੰਸਾਰ ਵੇਖ ਰਹੇ ਹਾਂ। ਉਹਦੇ ਵਿੱਚ ਹਰੀ ਦਾ ਰੂਪ ਜਿਹੜਾ ਨਾ ਘੱਟ ਲੋਕ ਵੇਖ ਰਹੇ। ਇਹ ਸਰੀਰ ਦੇ ਬਾਰੇ ਵਿੱਚ ਲਿਖ ਦਿੱਤਾ ਗੁਰੂ ਸਾਹਿਬ ਨੇ ਕਿ ਇਹ ਸਰੀਰਾ ਮੇਰਿਆ, ਤੂੰ ਕੀ ਕੰਮ ਕਮਾਇਆ ਇੱਥੇ ਆ ਕੇ? ਜਿਸਨੇ ਤੇਰੀ ਰਚਨਾ ਰਚੀ ਹੈ, ਰਚਨ ਰਚਿਆ, ਉਸ ਨੂੰ ਤਾਂ ਤੂੰ ਚਿਤਾਰਿਆ ਹੀ ਨਹੀਂ, ਉਸ ਨੂੰ ਤੂੰ ਚੇਤੇ ਹੀ ਨਹੀਂ ਕੀਤਾ। ਤੂੰ ਆਪਣੇ ਜਿਹੜਾ ਹੈ ਤਮਾਸ਼ਾ ਆਪਣੇ ਤਰੀਕੇ ਨਾਲ ਵੇਖ ਰਿਹਾ। ਔਰ ਸੁਣਨ ਦੇ ਟਾਈਮ ਗੁਰੂ ਮਹਾਰਾਜ ਜੀ ਨੇ ਡਟਾਇਆ ਸੀ ਜਪਜੀ ਸਾਹਿਬ ਵਿੱਚ ਕਿ ਸੁਣੀਏ ਦੁੱਖ ਪਾਪ ਕਾ ਨਾਸ। ਇਹ ਹੁਣ ਅਜੇ ਨੇਤਰ ਬਾਰੇ ਦੱਸ ਦਿੱਤਾ ਹੈ ਗੁਰੂ ਅਮਰਦਾਸ ਜੀ ਨੇ ਕਿ ਨੇਤਰ ਤੇਰੇ ਵਿੱਚ ਜੋਤੀ ਹੈ, ਲਗਾਈ ਹੋਈ ਹੈ ਜੋਤ, ਸਰੀਰ ਵਿੱਚ ਵੀ ਜੋਤ ਹੈਗੀ, ਲੇਕਿਨ ਜੋ ਦੇਖਣਾ ਉਹ ਤੂੰ ਨਹੀਂ ਦੇਖ ਰਿਹਾ, ਉਹ ਤੈਨੂੰ ਨਹੀਂ ਵਿਖ ਰਿਹਾ ਹਰੀ। ਤੂੰ ਸੰਸਾਰ ਵੇਖ ਰਿਹਾ ਇਹਦੇ ਨੇਤਰਾਂ ਨਾਲ। ਤੈਨੂੰ ਵੇਖਣਾ ਕੀ ਹੈ? ਹਰੀ, ਹਰੀ, ਹਰੀ। ਹਮੇਸ਼ਾ ਤੈਨੂੰ ਹਰੀ ਵੇਖਣਾ, ਲੇਕਿਨ ਵੇਖ ਰਿਹਾ ਤੂੰ ਪੁੱਠਾ ਹੀ ਕੁਛ ਦੂਜਾ ਜੋ ਨਹੀਂ ਵੇਖਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਗਲੇ ਵੀਡੀਓ ਵਿੱਚ ਆਪਾਂ ਜਿਹੜੀ ਹੈ ਨਾ ਸ਼ਰਵਣ ਦੀ ਗੱਲ ਸਮਝਾਂਗੇ। ਕੰਨ ਕਿਉਂ ਲਾਏ ਨੇ ਗੁਰੂ ਮਹਾਰਾਜ ਨੇ, ਉਹਦੇ ਬਾਰੇ ਕੀ ਲਿਖਦੇ ਨੇ।